सतनाम श्री वाहिगुरु साहिब जीओ। श्री राग महला पहला। वणज करो वणजारे हो, वखर ले संभाल। तैसी वस्त वैसाही है, जैसी निभै नाल। अग्गै शाह सुजान है, लैसी वस्त संभाल। भाई रे राम कहो चित लाए, हर जस वखर लै चलो। सह देखै पतियाए रहाओ। जिन्ना रास न सच है, क्यों तिना सुख होए। खोटै वणज वणजीऐ, मन तन खोटा होए। फाही फाथे मिर्ग ज्यों, दुख कणो नित रोए। खोटे पोतै ना पवै, तिन हर गुरु दर्शन न होए। खोटै जात न पत है, खोट न सीजस कोए। खोटे खोट कमावना, आए गया पत खोए। नानक मन समझाई है, गुर कै शब्द सालाहा। राम नाम रंग रतियां, भार न भरम तिनाहा। हर जप लाहा अगला, निर्भौ हर मन माहा। वाहिगुरु जी का खालसा, वाहिगुरु जी की फतेह। जुगो जुग अटल। चबर छत्र तख्त दे मालिक, हाजरा हजूर साहिब कमाल धन धन श्री गुरु ग्रंथ साहिब महाराज जी की कोटान कोटान कृपा रहमत दे नाल हर रोज़ की तरह जो फेसबुक लाइव आडियो दे राही ते गुरबाणी विचार व्हाट्सएप ग्रुप दे राही लड़ीवार गुरु ग्रंथ साहिब महाराज जी की पावन कथा जो चालू की गई है, जिस विच श्री राग प्रारंभ किया गया है। इस तो पहला जपजी साहिब, आनंद साहिब, समुचियां बाणी दियां विचारां यूट्यूब के उपर दर्ज हैं। जिन्हें सरवण करनियां होण यूट्यूब के लिंक ते जाके सरवण कर सकते हैं। बस लिंक है हरमनप्रीत सिंह खालसा भर के। सो ये लड़ीवार रोजाना एक शब्द की विचार इस समय उपर आपां करते हैं, जिहदे विच हुण तक श्री राग दे 22 नंबर शब्द तक कल तक आपां विचार कर चुके हैं। हुणे हुणे जिहड़ा शब्द पाठ रूप दे विच आप जी के सामने उचारण किया है, ये 23वां शब्द है श्री राग दा श्री गुरु ग्रंथ साहिब जी महाराज दे विचों। ते श्री गुरु ग्रंथ साहिब जी दे पावन पन्ना नंबर हैं 22 ते 23 तक ये शब्द सुभाएमान है। रहाओ दियां पंक्तियां ने इस पावन शब्द दियां। इस पावन शब्द विच सतगुरु जी ने एक वणजारे मनुख की उदाहरण दे के मनुख नूं समझाउण की कोशिश की है कि जिवें एक व्यापारी एक वणजारा वणज करन जावे किसी शहर दे विच ते ओह उत्थों सौदा लैके अपने घर वापस परत आउंदा है। इवें ही असीं इस संसार दे विच वणजारे बन के आए हैं ते असी इत्थे सौदा पत्ता जिहड़ा लैण आए हैं वो चंगे गुणां दा, शुभ गुणां दा, जिन्हां नूं विहाज के असी दोबारा इस संसार नूं छड्ड जाना है। क्योंकि जन्म है
ਤੇ ਮੌਤ ਵੀ ਤੈਅ ਹੈ, ਜੋ ਜਨਮੈ ਸੋ ਜਾਨੋ ਮੂਆ। ਇਸ ਕਰਕੇ ਮਨੁੱਖ ਨੂੰ ਇਹ ਗੱਲ ਭਲੀ ਪੰਦ ਚੇਤੇ ਰੱਖਣੀ ਚਾਹੀਦੀ ਹੈ ਕਿ ਮੈਂ ਇਸ ਧਰਤੀ ਤੇ ਆਇਆ ਕੀ ਕਰਨਾ ਹਾਂ। ਤੋ ਸਤਿਗੁਰੂ ਜੀ ਨੇ ਇਹੀ ਗੱਲ ਸਮਝਾਈ ਹੈ ਕਿ ਤੇਰੇ ਆਉਣ ਦਾ ਮਕਸਦ ਕੀ ਹੈ, ਤੇਰੇ ਇਸ ਧਰਤੀ ਤੇ ਆਉਣ ਦਾ ਮਤਲਬ ਕੀ ਹੈ, ਤੂੰ ਆਇਆ ਕਿਉਂ ਹੈ। ਦੋ ਤਰੀਕੇ ਦੇ ਮਨੁੱਖ ਨੇ, ਇੱਕ ਗੁਰਮੁਖ ਨੇ, ਇੱਕ ਮਨਮੁਖ ਨੇ। ਗੁਰਮੁਖ ਉਹ ਹੈ ਜੋ ਗੁਰੂ ਸ਼ਬਦ ਦੀ ਕਮਾਈ ਕਰਦਾ ਹੈ, ਗੁਰੂ ਉਪਦੇਸ਼ਾਂ ਦੇ ਰਾਹੀਂ ਆਪਣੇ ਜੀਵਨ ਨੂੰ ਤੋਰਦਾ ਹੈ, ਪਲ ਪਲ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਸਮਝ ਸਮਝ ਕੇ ਵਿਚਾਰ ਕੇ ਆਪਣੇ ਜੀਵਨ ਵਿੱਚ ਸਮਾਉਂਦਾ ਹੈ ਤੇ ਗੁਰੂ ਦੇ ਸਨਮੁਖ ਰਹਿੰਦਾ ਹੈ। ਉਹਨੂੰ ਗੁਰਮੁਖ ਕਹਿੰਦੇ ਨੇ। ਮਨਮੁਖ ਉਹ ਹੈ ਜੋ ਆਪਣੀਆਂ ਮਨ ਆਈਆਂ ਕਰਦਾ ਹੈ, ਮਨ ਮਰਜ਼ੀਆਂ ਕਰਦਾ ਹੈ, ਮਨ ਦੇ ਪਿੱਛੇ ਤੁਰਦਾ ਹੈ। ਮਨ ਨੇ ਕਿਹਾ ਤੇ ਗੁਰਦੁਆਰੇ ਵੀ ਬਹਿ ਗਿਆ, ਮਨ ਨੇ ਕਿਹਾ ਪਾਠ ਵੀ ਕਰ ਲਿਆ, ਪਰ ਮਨ ਨੇ ਕਿਹਾ ਛੱਡ ਪਰੇ ਤੇ ਛੱਡ ਦਿੱਤਾ। ਮਨ ਨੇ ਕਿਹਾ ਕਿਸੇ ਦਾ ਭਲਾ ਕਰਨਾ ਤੇ ਕਰਤਾ, ਜੇ ਮਨ ਨੇ ਆਖਿਆ ਨਹੀਂ ਕਰਨਾ ਤੇ ਨਹੀਂ ਕੀਤਾ। ਕਹਿਣ ਤੋਂ ਭਾਵ ਕਿ ਸਦਾ ਆਪਣੀਆਂ ਮਨ ਆਈਆਂ ਕਰਨੀਆਂ, ਮਨ ਮਰਜ਼ੀਆਂ ਕਰਨ ਵਾਲੇ ਨੂੰ ਮਨਮੁਖ ਕਿਹਾ ਜਾਂਦਾ ਹੈ। ਤੋ ਸਤਿਗੁਰੂ ਜੀ ਕਹਿੰਦੇ ਨੇ, ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ, ਐ ਮਨੁੱਖ, ਤੂੰ ਇਸ ਧਰਤੀ ਤੇ ਆਇਆ ਹੈ ਤੇ ਕੁਝ ਖੱਟਣ ਲਈ ਆਇਆ ਹੈ, ਸੱਚ ਦੇ ਰਾਹ ਤੇ ਤੁਰਨ ਲਈ ਆਇਆ ਹੈ। ਇਹ ਨਹੀਂ ਕਿ ਤੂੰ ਇਸ ਧਰਤੀ ਦੇ ਉੱਪਰ ਆ ਕੇ ਅਤਿਆਚਾਰੀ ਹੋ ਜਾਵੇਂ, ਹੰਕਾਰ ਦੇ ਵਿੱਚ ਆਪਣੇ ਜੀਵਨ ਨੂੰ ਲੁਭਾਏ ਮਾਨ ਕਰ ਲਵੇਂ ਤੇ ਸਦਾ ਕੁੱਤੇ ਵਾਂਗੂ ਲਾਲਚ ਬਿਰਤੀ ਬਣਾ ਕੇ ਰੱਖੇਂ ਤੇ ਸਦਾ ਮੋਹ ਮਾਇਆ ਦੇ ਵਿੱਚ ਹੀ ਫਸਿਆ ਰਵੇਂ ਤੇ ਸਮਝ ਲਾ ਕਿ ਤੂੰ ਆਪਣੇ ਹੀਰੇ ਵਰਗੇ ਜਨਮ ਨੂੰ ਕੌਡੀਆਂ ਦੇ ਪਾਰ ਰੋੜ ਰਿਹਾ ਹੈ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਇਸ ਪ੍ਰਥਾਏ ਹੋਰ ਵੀ ਬੜੇ ਪਿਆਰੇ ਬਚਨ ਕਹੇ ਨੇ। ਰੈਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਹਿੰਦੇ ਜ਼ਿੰਦਗੀ ਰੂਪੀ ਰਾਤ ਤੂੰ ਸੌਂ ਕੇ ਨਿਘਾ ਲਈ ਹੈ ਤੇ ਦਿਨ ਜੇ ਚੜ੍ਹਿਆ ਹੈ ਤੇ ਉਹ ਤੂੰ ਖਾ ਪੀ ਕੇ ਨਿਘਾ ਲਿਆ ਹੈ। ਕਦੀ ਕਿਸੇ ਦੇ ਅਥਰੂ ਨਹੀਂ ਪਹੁੰਚੇ, ਕਿਸੇ ਦਾ ਭਲਾ ਨਹੀਂ ਕੀਤਾ, ਕਿਸੇ ਦੇ ਵਾਸਤੇ ਪਰਉਪਕਾਰ ਨਹੀਂ ਕੀਤਾ ਤੇ ਸੱਚ ਜਾਣੀ ਫਿਰ ਤੇਰਾ ਆਇਆ ਇਵੇਂ ਹੈ ਜਿਵੇਂ ਹੀਰੇ ਵਰਗੇ ਤੂੰ ਜਨਮ ਨੂੰ ਕੌਡੀਆਂ ਦੇ ਪਾਰ ਰੋੜ ਰਿਹਾ ਹੈ। ਸਮਝਾਉਣ ਦੀ ਕੋਸ਼ਿਸ਼ ਬਾਣੀ ਦੇ ਵਿੱਚ ਬਾਰ-ਬਾਰ ਸਤਿਗੁਰ ਦੀ ਇਹ ਹੈ ਕਿ ਤੂੰ ਆਪਣੀ ਸਰਦਾਰੀ ਨੂੰ ਪਹਿਚਾਣੇ ਤੇ ਇਸ ਮਨੁੱਖਤਾ ਦੇ ਜੀਵਨ ਨੂੰ ਸੰਭਾਲਦਿਆਂ ਹੋਇਆਂ, ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੇ ਚੰਗੇ ਜੀਵਨ ਨੂੰ ਅਪਣਾ ਕੇ ਪ੍ਰਮਾਤਮਾ ਦੇ ਨਾਲ ਜੀਵਨ ਮੁਕਤ ਹੋ ਜਾਵੇਂ, ਭਾਵ ਜਿਉਂਦਿਆਂ ਜੀ ਮੁਕਤ ਹੋ ਜਾਵੇਂ। ਇਹ ਆਤਮਾ ਸੰਸਾਰ ਨੂੰ ਛੱਡਣ ਤੋਂ ਪਹਿਲਾਂ ਹੀ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਵੇ। ਜਿਵੇਂ ਆਤਮਾ ਪ੍ਰਮਾਤਮਾ ਦੇ ਵਿੱਚ ਇਵੇਂ ਸਮਾ ਜਾਵੇ ਜਿਵੇਂ ਸੂਰਜ ਦੀਆਂ ਕਿਰਨਾਂ ਸੂਰਜ ਵਿੱਚ ਸਮਾ ਜਾਂਦੀਆਂ ਨੇ, ਇਵੇਂ ਹੀ ਤੇਰੀ ਆਤਮਾ ਦਾ ਸੁਮੇਲ ਪ੍ਰਮਾਤਮਾ ਦੇ ਨਾਲ ਹੋ ਜਾਣਾ ਚਾਹੀਦਾ। ਸੋ ਰਹਾਉ ਦੀਆਂ ਪੰਕਤੀਆਂ ਨੇ ਅੱਜ ਦੇ ਪਾਵਨ ਸ਼ਬਦ ਦੀਆਂ। ਭਾਈ ਰੇ ਰਾਮ ਕਹੋ ਚਿਤ ਲਾਏ, ਰਾਰੇ ਨੂੰ ਕੰਨਾ ਤੇ ਮੰਮੇ ਦੇ ਥੱਲੇ ਔਂਕੜ ਹੈ। ਕਹਿੰਦੇ ਰਾਮ ਕਹੋ ਚਿਤ ਲਾਏ, ਕਹਿੰਦੇ ਹੇ ਮੇਰੇ ਭਾਈ, ਇਹ ਮੇਰੇ ਮਨ, ਸੰਬੋਧਨ ਕੀਤਾ ਹੈ ਮਨ ਨੂੰ ਭਾਈ ਕਹਿ ਕੇ। ਹੇ ਮੇਰੇ ਭਾਈ, ਹੇ ਮੇਰੇ ਮਨ, ਤੂੰ ਚਿੱਤ ਲਾ ਕੇ ਕੀ ਕਰ, ਪ੍ਰੇਮ ਦੇ ਨਾਲ ਪ੍ਰਮਾਤਮਾ ਦੇ ਹੁਕਮ ਨੂੰ ਜੀਵਨ 'ਚ ਵਸਾ। ਹਰ ਵਕਤ ਆਪਣੇ ਮੁਖ ਤੋਂ ਪ੍ਰਮਾਤਮਾ ਦਾ ਹੀ ਨਾਮ ਲੈ। ਆਪਾਂ ਕਈ ਵਾਰੀ ਕਹਿੰਦੇ ਆ ਜਿਹਦੇ ਨਾਲ ਸਾਡਾ ਬਹੁਤ ਪਿਆਰ ਹੋਵੇ ਨਾ, ਉਹਨੂੰ ਅਸੀਂ ਬਾਰ-ਬਾਰ ਉਹਦਾ ਨਾਮ ਲੈਂਦੇ ਆਪਣੀਆਂ ਗੱਲਾਂ ਦੇ ਵਿੱਚ, ਆਪਣਿਆਂ ਆਮ ਜੀਵਨ ਦੇ ਵਿੱਚ, ਕਿਉਂਕਿ ਅਸੀਂ ਉਹਨੂੰ ਬਹੁਤ ਪਿਆਰ ਕਰਦੇ ਹਾਂ, ਅਸੀਂ ਉਹ ਤੋਂ ਪ੍ਰਭਾਵਿਤ ਹਾਂ ਤੇ ਅਸੀਂ ਬਾਰ-ਬਾਰ ਉਹਦਾ ਨਾਮ ਲੈਂਦੇ ਹਾਂ। ਤੇ ਕੋਈ ਦੂਸਰਾ ਪੁੱਛਦਾ, ਭਾਈ ਤੂੰ ਇਤਨਾ ਨਾਮ ਕਿਉਂ ਲੈ ਰਿਹਾ ਉਹਦਾ? ਤੇ ਮਨੁੱਖ ਕਹਿੰਦਾ ਜੀ ਮੈਂ ਉਹ ਤੋਂ ਬੜਾ ਪ੍ਰਭਾਵਿਤ ਹਾਂ। ਇਵੇਂ ਹੀ ਗੁਰਸਿੱਖ ਪ੍ਰਮਾਤਮਾ ਤੋਂ ਪ੍ਰਭਾਵਿਤ ਹੁੰਦਾ ਹੈ ਗੁਰੂ ਸ਼ਬਦ ਦੇ ਰਾਹੀਂ। ਇਸ ਕਰਕੇ ਫਿਰ ਉਹ ਬਾਰ-ਬਾਰ ਹਰ ਗੱਲ ਪ੍ਰਮਾਤਮਾ ਨੂੰ ਸਮਰਪਣ ਕਰਦਾ ਹੈ। ਘਰ ਪ੍ਰਮਾਤਮਾ ਦੀ ਬਖਸ਼ਿਸ਼ ਹੈ, ਪੁੱਤਰ ਪਰਿਵਾਰ ਪ੍ਰਮਾਤਮਾ ਨੇ ਝੋਲੀ 'ਚ ਪਾਇਆ ਹੈ, ਸੰਸਾਰ ਦੇ ਵਿੱਚ ਰਹਿਣ ਦੀ ਯੁਕਤੀ ਪ੍ਰਮਾਤਮਾ ਨੇ ਬਖਸ਼ੀ ਹੈ। ਫਿਰ ਗੱਲ ਕੀ, ਉਹ ਜਦੋਂ ਪ੍ਰਮਾਤਮਾ ਨੂੰ ਸੰਬੋਧਨ ਹੁੰਦਾ ਹੈ, ਉਹਦੀ ਸੁਰਤ, ਉਹਦੀ ਆਤਮਾ ਜਦੋਂ ਬਾਰ-ਬਾਰ ਪ੍ਰਮਾਤਮਾ ਨੂੰ ਹੀ ਯਾਦ ਕਰਦੀ ਹੈ, ਉਹਦਾ ਚਿੱਤ ਜਦੋਂ ਬਾਰ-ਬਾਰ ਨਿਰੰਕਾਰ ਦੇ ਵਿੱਚ ਹੀ ਜੁੜਦਾ ਹੈ, ਫਿਰ ਐਸੇ ਚਿੱਤ ਦੇ ਵਿੱਚ ਬੁਰੇ ਖਿਆਲਾਤ ਨਹੀਂ ਉਪਜ ਸਕਦੇ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਗੁਰਬਾਣੀ ਦੇ ਵਿੱਚ ਬਹੁਤਾਤ ਚਰਚਾ ਪ੍ਰਮਾਤਮਾ ਦੀ ਹੈ, ਕਿਉਂਕਿ ਮਨੁੱਖ ਦੀ ਸੁਰਤ ਦਾ ਜਿਹੜੀ ਜੜ ਆ ਨਾ, ਉਹ ਪ੍ਰਮਾਤਮਾ ਹੈ। ਹੁਣ ਜੇ ਜੜ ਦੇ ਵਿੱਚ ਪਾਣੀ ਦੇਵਾਂਗੇ ਤਾਂ ਹੀ ਬੂਟਾ ਹਰਿਆ ਭਰਿਆ ਹੋਵੇਗਾ ਨਾ।
ਹੁਣ ਕੋਈ ਉੱਪਰ ਉੱਪਰ ਤਣਿਆਂ ਤੇ ਪਾਣੀ ਦੇਣ ਲੱਗ ਪਵੇ, ਖਿਮਾ ਕਰਨਾ ਉੱਪਰ ਦੀਆਂ ਸ਼ਾਖਾਵਾਂ ਤੇ ਪਾਣੀ ਦੇਣ ਲੱਗ ਪਵੇ, ਬੂਟਾ ਹਰਿਆ ਭਰਿਆ ਨਹੀਂ ਹੋ ਸਕਦਾ। ਇਸੇ ਕਰਕੇ ਸਤਿਗੁਰੂ ਕਹਿੰਦੇ ਤੇਰੇ ਮਨ ਦੀ ਜਿਹੜੀ ਜੜ ਆ ਨਾ ਉਹ ਪ੍ਰਮਾਤਮਾ ਹੈ। ਜੇ ਤੂੰ ਆਪਣੇ ਅੰਦਰੋਂ ਬਾਹਰੋਂ ਨਿਰਮਲ ਹੋਣਾ ਚਾਹੁੰਦਾ ਹੈ, ਅੰਦਰੋਂ ਨਿਰਮਲ ਬਾਹਰੋਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਫਿਰ ਤੈਨੂੰ ਸਤਿਗੁਰ ਦੀ ਦੱਸੀ ਹੋਈ ਕਰਨੀ ਕਮਾਉਣੀ ਪਵੇਗੀ। ਫਿਰ ਚੇਤਾ ਰੱਖੀ ਕੂੜ ਕੀ ਸੋਈ ਪਹੁੰਚੇ ਨਾਹੀਂ, ਮਨਸਾ ਸਤ ਸਮਾਣੀ। ਫਿਰ ਝੂਠ ਦੀ ਕੋਈ ਵੀ ਤੇਰੇ ਲਾਗੇ ਕੋਈ ਵੀ ਚੀਜ਼ ਨਹੀਂ ਪਹੁੰਚੇਗੀ ਤੇ ਮਨ ਵਿੱਚ ਸੱਚ ਦੀ ਸਮਾਈ ਹੋ ਸਕੇਗੀ। ਪਰ ਤੂੰ ਕਰ ਕੀ ਰਹੇ ਹੈ, ਵਿਕਾਰਾਂ ਦੇ ਵਿੱਚ ਜੀਵਨ ਜਿਉ ਰਹੇ ਹੈ। ਤੋ ਸਭ ਕਹਿੰਦੇ ਇਸ ਕਰਕੇ ਹੇ ਮੇਰੇ ਭਾਈ ਰਾਮ ਕਹੋ ਚਿਤ ਲਾਏ, ਬੜੇ ਪ੍ਰੇਮ ਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਮੁਖ ਤੋਂ ਕਿਹਾ ਕਰ, ਬਹੁਤ ਪ੍ਰੇਮ ਨਾਲ ਪ੍ਰਮਾਤਮਾ ਨੂੰ ਯਾਦ ਕਰਿਆ ਕਰ, ਚੇਤੇ ਕਰਿਆ ਕਰ, ਤਾਂ ਕਿ ਤੇਰੇ ਅੰਦਰ ਪੋਜ਼ਿਟਿਵ ਵੇਵਸ ਡਿਵੈਲਪ ਹੋਣ, ਤੇਰੇ ਅੰਦਰ ਚੰਗੇ ਖਿਆਲਾਤ ਉਜਾਗਰ ਹੋਣ, ਤੇਰਾ ਚੰਗਾ ਸੁਭਾਅ ਬਣੇ, ਤੇਰੀ ਸੋਚ ਵਿੱਚ ਪਵਿੱਤਰਤਾ ਆਵੇ, ਤੇਰੇ ਜੀਵਨ ਵਿੱਚ ਪਵਿੱਤਰਤਾ ਆਵੇ। ਫਿਰ ਕੀ ਹੋਵੇਗਾ? ਹਰ ਜਸ ਵਖਰ ਲੈ ਚਲੋ, ਸੋ ਦੇਖੈ ਪਤੀ ਆਏ। ਹਰ ਜਸ ਪ੍ਰਮਾਤਮਾ ਦਾ ਗਿਆਨ ਰੂਪੀ ਸੌਦਾ, ਹਰ ਜਸ ਵਖਰ ਲੈ ਚਲੋ, ਵਖਰ ਦਾ ਅਰਥ ਹੈ ਸੌਦਾ, ਪ੍ਰਮਾਤਮਾ ਦੀ ਸਿਫਤ ਸਲਾਹ ਦਾ ਸੌਦਾ, ਪ੍ਰਮਾਤਮਾ ਜੀ ਦੇ ਗਿਆਨ ਦਾ ਸੌਦਾ ਲੈ ਚਲੋ, ਆਪਣੇ ਹਿਰਦੇ ਘਰ ਦੇ ਵਿੱਚ ਲੈ ਕੇ ਚੱਲ, ਸੌ ਦੇਖੇ ਪਤੀ ਆਏ। ਫਿਰ ਚੇਤਾ ਰੱਖੀ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਸੌਦਾ, ਪ੍ਰਮਾਤਮਾ ਜੀ ਦੇ ਗਿਆਨ ਦਾ ਸੌਦਾ ਲੈ ਚਲੋ, ਆਪਣੇ ਹਿਰਦੇ ਘਰ ਦੇ ਵਿੱਚ ਲੈ ਕੇ ਚੱਲ, ਸੌ ਦੇਖੇ ਪਤੀ ਆਏ। ਫਿਰ ਚੇਤਾ ਰੱਖੀ ਉਹ ਖਸਮ ਪਰਿਪੂਰਨ ਪ੍ਰਮਾਤਮਾ ਵੀ ਤੇਰੀ ਇਸ ਕਿਰਤਕਾਰ ਤੇ ਖੁਸ਼ ਹੋਵੇਗਾ, ਤੇਰੇ ਇਸ ਕੰਮ ਤੇ ਖੁਸ਼ ਹੋਵੇਗਾ, ਉਹ ਵੀ ਤੇਰੇ ਨਾਲ ਪਿਆਰ ਵਰਤਾਵੇਗਾ। ਜਿੱਦਣ ਤੂੰ ਹਿਰਦੇ ਘਰ ਦੇ ਵਿੱਚ ਪ੍ਰਮਾਤਮਾ ਦੇ ਸੱਚ ਦਾ ਗਿਆਨ ਦਾ ਪ੍ਰਗਾਸ਼ ਕਰੇਗਾ, ਆਪਣੇ ਅੰਦਰ ਸੱਚ ਲੈ ਕੇ ਜਾਵੇਗਾ, ਉਦਣ ਰੋਮ ਰੋਮ ਅੰਗ ਅੰਗ ਤੇਰਾ ਪਵਿੱਤਰ ਹੋ ਜਾਵੇਗਾ। ਜਿੱਦਣ ਤੇਰੇ ਅੰਦਰ ਸੌਦਾ ਸੱਚ ਦਾ ਜਾਣ ਲੱਗ ਪਿਆ। ਇਹ ਰਾਹਾਉ ਦੀਆਂ ਪੰਕਤੀਆਂ ਨੇ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ, ਵਣਜ ਕਰਹੋ ਵਣਜਾਰਿਓ, ਵਖਰ ਲੇਹ ਸੰਭਾਲ। ਵਣਜਾਰਾ ਵਣਜ ਕਰਨ ਵਾਲਾ, ਜੋ ਵਪਾਰ ਕਰਨ ਵਾਲਾ ਹੈ। ਆਮ ਤੌਰ ਤੇ ਵਣਜਾਰੇ ਤੁਰ ਫਿਰ ਕੇ ਵਿੱਚ ਪ੍ਰਚਾਰ ਕਰਦੇ ਹਨ, ਵਪਾਰ ਕਰਦੇ ਹਨ। ਆਪਾਂ ਆਮ ਕਰਕੇ ਜਿਹਨੂੰ ਅੱਜ ਦੀ ਸੌਖੀ ਭਾਸ਼ਾ ਵਿੱਚ ਸੇਲਜ਼ਮੈਨ ਕਹਿ ਲਈਏ। ਵਣਜਾਰਿਆਂ ਦਾ ਕੰਮ ਹੈ, ਉਹਨਾਂ ਦੇ ਕੋਲ ਸੌਦਾ ਹੈ, ਉਹਨਾਂ ਨੇ ਜਗ੍ਹਾ ਜਗ੍ਹਾ ਲੋਕਾਂ ਦੇ ਘਰਾਂ ਘਰਾਂ ਵਿੱਚ ਜਾ ਕੇ ਹੋਕਾ ਦੇ ਕੇ ਉਹਨੂੰ ਜਿਹੜਾ ਵੇਚਣਾ ਹੈ। ਸਤਿਗੁਰੂ ਕਹਿੰਦੇ ਤੂੰ ਵੀ ਇਸ ਧਰਤੀ ਤੇ ਵਣਜ ਕਰਨਾ ਹੈ। ਵਣਜ ਕਾਹਦਾ ਕਰਨਾ ਹੈ? ਸੱਚ ਦਾ। ਪਰ ਕਰ ਕੀ ਰਿਹਾ? ਝੂਠ ਇਕੱਠਾ। ਸਾਡੇ ਕੰਨਾਂ ਨੂੰ ਝੂਠੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਨੇ। ਸਾਡੀ ਕੋਈ ਝੂਠੀ ਉਪਮਾ ਕਰੀ ਜਾਵੇ, ਸਾਨੂੰ ਬੜਾ ਚੰਗਾ ਲੱਗਦਾ ਹੈ। ਕੋਈ ਸਾਡੇ ਮੂੰਹ ਤੇ ਸੱਚ ਕਹਿ ਦਵੇ ਸੀ ਤੇ ਸਾਨੂੰ ਇੰਜ ਲੱਗਦਾ ਹੈ ਸੱਤੀ ਕੱਪੜੀ ਸਾਨੂੰ ਅੱਗ ਲੱਗ ਜਾਂਦੀ ਹੈ। ਦੂਜੇ ਦੇ ਅਵਗੁਣ ਅਸੀਂ ਜਿੰਨੇ ਮਰਜ਼ੀ ਕੱਢੀ ਜਾਈਏ, ਦੂਜੇ ਦੀ ਨਿੰਦਾ ਜਿੰਨੀ ਮਰਜ਼ੀ ਕਰੀ ਜਾਈਏ, ਪਰ ਜਦੋਂ ਆਪਣੀ ਹੋਣ ਲੱਗਦੀ ਹੈ ਨਾ ਵੀਰ ਮੇਰਿਓ, ਉਦੋਂ ਪਤਾ ਲੱਗਦਾ ਹੈ ਕਿ ਸਾਡੇ ਅੰਦਰ ਮਾਦਾ ਕਿੰਨਾ ਕਿ ਸੁਣਦਾ। ਅੱਜ ਬੋਲਣ ਹਰ ਕੋਈ ਚਾਹੁੰਦਾ ਹੈ, ਹਰ ਕੋਈ ਚਾਹੁੰਦਾ ਹੈ ਕਿ ਮੈਂ ਵੱਧ ਤੋਂ ਵੱਧ ਗਿਆਨ ਦੱਸਾਂ, ਮੈਂ ਵੱਧ ਤੋਂ ਵੱਧ ਲੋਕਾਂ ਨੂੰ ਗੱਲਾਂ ਦੱਸਾਂ, ਮੈਂ ਵੱਧ ਤੋਂ ਵੱਧ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਬਾਤ ਸੁਣਾਵਾਂ, ਪਰ ਸੁਣਨੀ ਪਵੇ ਤੇ ਬੜੀ ਔਖੀ ਹੈ। ਇਸੇ ਕਰਕੇ ਅੱਜ ਮੇਰੇ ਵਰਗੇ ਕਥਾਵਾਚਕ ਵੀ ਸੁਣਾਉਣੀ ਤੇ ਜਾਣਦੇ ਨੇ, ਪਰ ਸੁਣਦੇ ਨਹੀਂ ਕਿਸੇ ਦੀ। ਅਸੀਂ ਆਮ ਕਰਕੇ ਮੈਂ ਵੇਖਣਾ ਕਿਸੇ ਪ੍ਰੋਗਰਾਮ ਤੇ ਜਾਈਏ ਨਾ ਤੇ ਸੰਗਤ ਬੈਠੀ ਹੁੰਦੀ ਹੈ ਤੇ ਅਸੀਂ ਇਹ ਗੱਲ ਕਹਿੰਦੇ ਆ, ਸਾਧ ਸੰਗਤ ਜੀ ਆਓ ਰਲ ਮਿਲ ਕੇ ਕੀਰਤਨ ਸੁਣੀਏ, ਕਥਾ ਸੁਣੀਏ। ਆਪਣੀ ਕਥਾ ਕੀਤੀ, ਕੀਰਤਨ ਕੀਤਾ, ਆਪਣੇ ਵਾਜੇ ਬੰਨੇ, ਕਥਾ ਦੀ ਸਮਾਪਤੀ ਹੋਈ, ਵਾਹਿਗੁਰੂ ਜੀ ਕੀ ਫਤਿਹ ਬੁਲਾਈ ਤੇ ਆਪਾਂ ਆਪੋ ਆਪਣੇ ਘਰਾਂ ਨੂੰ। ਕਿਉਂਕਿ ਅਸੀਂ ਸੁਣਾਉਣਾ ਚਾਹੁੰਦੇ ਆ, ਸੁਣਨਾ ਨਹੀਂ ਚਾਹੁੰਦੇ। ਧੰਨ ਦੀ ਉਹ ਗੁਰੂ ਕੀ ਸੰਗਤ ਹੈ ਜੋ ਸੁਣ ਰਹੀ ਹੈ ਬਹਿ ਕੇ। ਜਿੱਦਣ ਸੁਣਨ ਦੀ ਕਲਾ ਉਜਾਗਰ ਹੋ ਗਈ ਨਾ, ਜਿੱਦਣ ਹਿਰਦੇ ਵਿੱਚ ਸੁਣਨਾ ਸ਼ੁਰੂ ਹੋ ਗਿਆ, ਉਦਣ ਸੱਚ ਜਾਣਿਓ ਵਿਚਾਰ ਕਰਨ ਦੀ ਸ਼ਕਤੀ ਪੈਦਾ ਹੋ ਜਾਵੇਗੀ। ਅੱਜ ਸਾਡੀ ਕੌਮ ਦੇ ਵਿੱਚ ਨਾ ਸੁਣ ਸ਼ਕਤੀ ਰਹੀ ਹੈ, ਨਾ ਸਾਡੀ ਕੌਮ ਦੇ ਵਿੱਚ ਵਿਚਾਰ ਸ਼ਕਤੀ ਰਹੀ ਹੈ। ਦੋਵੇਂ ਚੀਜ਼ਾਂ ਖਤਮ ਹੋ ਗਈਆਂ ਨੇ। ਜਦ ਕਿ ਗੁਰਮਤ ਦਾ ਗਾਡੀ ਰਾਹੀ ਇਹ ਹੈ, ਰੋਸ ਨਾ ਕੀਜੈ ਉੱਤਰ ਦੀਜੈ। ਰੋਸ ਨਹੀਂ ਹੈ, ਕੋਈ ਸਵਾਲ ਹੈ, ਉਹਦਾ ਜਵਾਬ ਬੜੀ ਸ਼ਾਂਤਮਈ ਤਰੀਕੇ ਨਾਲ ਦੇਣਾ ਹੈ। ਪਰ ਅੱਜ ਦੀ ਡੇਟ ਦੇ ਵਿੱਚ ਕੀ ਹੋ ਰਿਹਾ ਹੈ, ਵਿਚਾਰ ਕਰਨ ਦਾ ਵੀ ਸਤਿਕਾਰ ਨਹੀਂ ਹੈ ਤੇ ਵਿਚਾਰ ਦਾ ਜਵਾਬ ਦੇਣ ਵਾਲੇ ਦੇ ਵਿੱਚ ਵੀ ਸਤਿਕਾਰ ਨਹੀਂ ਹੈ।
ਨਾ ਕੋਈ ਬਹਿਣਾ ਚਾਹੁੰਦਾ ਹੈ, ਨਾ ਕੋਈ ਵਿਚਾਰ ਕਰਨਾ ਚਾਹੁੰਦਾ ਹੈ। ਅੱਜ ਇਹ ਵਿਚਾਰ ਦਾ ਧਨੀ ਸਿੱਖ ਜਿਹੜਾ ਸੀ ਨਾ, ਵਿਚਾਰ ਤੋਂ ਕੋਰਾ ਹੋ ਗਿਆ ਹੈ। ਕਿਉਂ? ਕਿਉਂਕਿ ਅੰਦਰ ਸੱਚ ਦਾ ਸੌਦਾ ਨਹੀਂ ਰਿਹਾ, ਅੰਦਰ ਝੂਠ ਹੀ ਝੂਠ ਸਮੋਇਆ ਹੋਇਆ ਹੈ। ਅੰਦਰ ਹੈ ਆਪੋ ਆਪਣੀਆਂ ਸੰਪਰਦਾਵਾਂ ਦਾ ਗਿਆਨ, ਸੱਚ ਦਾ ਗਿਆਨ ਨਹੀਂ ਹੈ। ਗੁਸਤਾਖੀ ਮਾਫ। ਜਿੱਦਣ ਸਾਡੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਕਰਨ ਲੱਗ ਪਿਆ ਨਾ, ਜਿੱਦਣ ਸਾਡੇ ਅੰਦਰ ਸਤਿਗੁਰੂ ਕੀ ਬਾਣੀ ਘਰ ਕਰਨ ਲੱਗ ਪਈ, ਮੈਂ ਹੈਰਾਨ ਹੋਣਾ ਕੈਸਾ ਮਾਦਾ ਹੋਵੇਗਾ ਸਤਿਗੁਰੂ ਦਾ, ਕਿ ਸਤਿਗੁਰੂ ਜੀ ਜੋਗੀਆਂ ਨੂੰ ਵੀ ਪਹਿਲਾਂ ਸੁਣਦੇ ਨੇ, ਬੜੇ ਠਰੰਬੇ ਨਾਲ ਜਵਾਬ ਦਿੰਦੇ ਨੇ ਉਹਨਾਂ ਦੀਆਂ ਬਾਤਾਂ ਦਾ, ਕਾਜ਼ੀਆਂ ਨੂੰ ਵੀ ਸੁਣਦੇ ਨੇ, ਸਮੇਂ ਦੇ ਬ੍ਰਾਹਮਣ ਨੂੰ ਵੀ ਸੁਣਦੇ ਨੇ, ਕਿੰਨੇ ਪਿਆਰ ਨਾਲ ਸੁਣ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਸੈਟਿਸਫਾਈਡ ਕਰਨ ਦੀ ਕਲਾ ਹੈ। ਸਾਡੇ ਅੰਦਰ ਗਿਆਨ ਘੱਟ ਹੈ ਤੇ ਅਸੀਂ ਥੋੜਾ ਜਿਹਾ ਗਿਆਨ ਪ੍ਰਾਪਤ ਕਰਕੇ ਬੜੇ ਸਿਆਣੇ ਤੇ ਸਮਝਦਾਰ ਹੋ ਗਏ ਹਾਂ, ਤੇ ਅਸੀਂ ਦੂਜੇ ਨੂੰ ਸੁਣਾਉਣਾ ਚਾਹੁੰਦੇ ਹਾਂ ਵੀ ਮੈਨੂੰ ਤੇਰੇ ਨਾਲੋਂ ਜ਼ਿਆਦਾ ਪਤਾ ਲੱਗ ਗਿਆ। ਹਾਲਾਂਕਿ ਸਾਰੀ ਉਮਰ ਮੇਰੇ ਪਾਤਸ਼ਾਹ ਕਹਿੰਦੇ ਮੈਂ ਤੇ ਜਿਉਂ ਲੱਗਾ ਸਮਝਣ ਵਾਸਤੇ, ਜਿਉਂ ਲੱਗਾ ਸਮਝਣ ਵਾਸਤੇ, ਸਮਝਦਿਆਂ ਇਸ ਪੜਾਵ ਤੇ ਆ ਕੇ ਖਲੋ ਗਿਆ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੇਰੇ ਕੋਲ ਤੇ ਇੰਨੀ ਸ਼ਕਤੀ ਨਹੀਂ ਕਿ ਮੈਂ ਤੇਰੇ ਬਚਨਾਂ ਨੂੰ ਕਹਿ ਸਕਾਂ, ਕਿਉਂਕਿ ਮੇਰੇ ਕੋਲ ਉਹ ਤਾਕਤ ਹੀ ਨਹੀਂ ਹੈ। ਇਹ ਤੂੰ ਹੀ ਕਿਰਪਾ ਕਰੇ, ਤੂੰ ਹੀ ਸ਼ਕਤੀ ਪੈਦਾ ਕਰੇ। ਕਿ ਇੱਕ ਹੋਰ ਬੇਨਤੀ ਕਰਾਂ, ਜਿੱਦਣ ਸੁਣਨ ਦੀ ਸ਼ਕਤੀ ਪੈਦਾ ਹੋ ਜਾਵੇਗੀ ਨਾ, ਉਦਣ ਸਾਡੀ ਵਿਚਾਰ ਦੇ ਵਿੱਚ ਪਵਿੱਤਰਤਾ ਆ ਜਾਵੇਗੀ, ਸਾਨੂੰ ਗੱਲ ਕਰਨ ਦਾ ਤਰੀਕਾ ਆ ਜਾਵੇਗਾ, ਸਾਨੂੰ ਵਿਚਾਰ ਕਰਨ ਦਾ ਤਰੀਕਾ ਆ ਜਾਵੇਗਾ। ਸਾਨੂੰ ਸਤਿਗੁਰੂ ਦੇ ਵੇਲੇ ਵਿਚਾਰ ਕਰਨ ਵਾਲਿਆਂ ਨੇ ਕਦੀ ਪੱਗਾਂ ਨਹੀਂ ਸੀ ਲਾਈਆਂ। ਬੜੇ ਮੈਂ ਹੈਰਾਨ ਹੋਣਾ ਕੈਸਾ ਠੰਡਾ ਮਾਦਾ ਹੋਵੇਗਾ ਉਹਨਾਂ ਸਿੱਧਾਂ ਜੋਗੀਆਂ ਦਾ, ਜਿਨ੍ਹਾਂ ਨੇ ਬੜੇ ਠੰਮੇ ਨਾਲ ਗੁਰੂ ਨਾਨਕ ਸਾਹਿਬ ਦੀ ਵਿਚਾਰ ਸੁਣੀ, ਫਿਰ ਆਪਣੀ ਕਿਤਨੀ ਵੱਡੀ ਹਉਮੈ ਨੂੰ ਉਹਨਾਂ ਨੇ ਬਿਲਕੁਲ ਸਾਈਡ ਤੇ ਰੱਖ ਦਿੱਤਾ ਜਦੋਂ ਇਹ ਗੱਲ ਕਹੀ, ਨਾਨਕ ਜੀ ਅਸੀਂ ਆਪਣਾ ਗੋਰਖ ਮਤਾ ਬਦਲ ਕੇ ਨਾਨਕ ਮਤਾ ਕਰਦੇ ਹਾਂ, ਅਸੀਂ ਗੋਰਖ ਦੀ ਗੱਲ ਛੱਡ ਕੇ ਅੱਜ ਤੋਂ ਨਾਨਕ ਦੀ ਗੱਲ ਸਵੀਕਾਰ ਕਰਦੇ ਹਾਂ। ਕਾਸ਼ ਕਿਤੇ ਸ਼ਕਤੀ ਸਾਡੇ ਅੰਦਰ ਪੈਦਾ ਹੋ ਜਾਵੇ। ਮੈਂ ਆਪਣੀਆਂ ਸੰਪਰਦਾਵਾਂ ਦਾ ਗਿਆਨ ਛੱਡ ਕੇ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੁਹਾਡਾ ਗਿਆਨ ਧਾਰਨ ਕਰਨਾ ਹੈ। ਮੈਨੂੰ ਆਪਣੀਆਂ ਸੰਪਰਦਾਵਾਂ ਨਹੀਂ, ਮੈਨੂੰ ਆਪਣੇ ਗੁਰੂ ਦਾ ਗਿਆਨ ਚਾਹੀਦਾ ਹੈ। ਤੇ ਜਿਸ ਦਿਨ ਗੁਰੂ ਦਾ ਗਿਆਨ ਘਰ ਕਰਦਾ ਹੈ ਨਾ ਜੀ, ਉਹ ਦਿਨ ਗੁਰੂ ਦਾ ਸਿੱਖ ਅਖਵਾਉਂਦਾ ਹੈ। ਉਹ ਦਿਨ ਇਹ ਸੱਚ ਜਿਹੜਾ ਹੈ ਨਾ, ਉਹ ਦਿਨ ਇਹਦੇ ਅੰਦਰ ਜਿਹੜਾ ਸੌਦਾ ਜਾਣਾ ਹੈ ਨਾ, ਉਹ ਗੁਰਬਾਣੀ ਦਾ ਜਾਣਾ ਹੈ, ਗੁਰਬਾਣੀ ਦੀ ਖੋਜ ਦਾ ਜਾਣਾ ਹੈ। ਤਾਂ ਸਤਿਗੁਰੂ ਕਹਿੰਦੇ ਵਣਜ ਕਰੋ ਵਣਜਾਰਿਓ, ਹੇ ਮੇਰੇ ਪਰਮਾਤਮਾ ਦੇ ਭਗਤੋ, ਹੇ ਵਣਜ ਕਰਨ ਆਏ ਵਣਜਾਰਿਓ, ਕੀ ਕਰੋ ਵੱਖਰ ਲਿਓ ਸੰਭਾਲ। ਜੇ ਕੁਝ ਸੰਭਾਲਣਾ ਚਾਹੁੰਦੇ ਆ ਤੇ ਸੱਚ ਦਾ ਸੌਦਾ ਆਪਣੇ ਅੰਦਰ ਇਕੱਠਾ ਕਰੋ, ਸੱਚ ਦੇ ਸੌਦੇ ਨੂੰ ਆਪਣੇ ਇਸ ਸਰੀਰ ਰੂਪੀ ਘਰ ਦੇ ਵਿੱਚ ਇਕੱਠਾ ਕਰੋ। ਸੱਚੇ ਗੁਣਾਂ ਨੂੰ, ਦਇਆ, ਧਰਮ, ਸੰਤੋਖ, ਹਿੰਮਤ, ਨਿਮਰਤਾ, ਪ੍ਰੇਮ, ਖਿਮਾ ਆਦਿਕ ਇਹ ਸਾਰੇ ਪਿਆਰੇ ਗੁਣ ਰੂਪੀ ਸੌਦਾ ਆਪਣੇ ਹਿਰਦੇ ਵਿੱਚ ਸੰਭਾਲੋ। ਤੈਸੀ ਵਸਤ ਵੈਸਾਈ ਹੈ ਜੈਸੀ ਨਿਭੈ ਨਾਲ। ਆ ਜਿਹੜੇ ਬਾਹਰ ਦੇ ਤੁਸੀਂ ਖਜ਼ਾਨੇ ਆਪਾਂ ਇਕੱਠੇ ਕਰਕੇ ਬੈਠੇ ਆ ਵੀ ਮੈਂ ਦੁਨੀਆ ਦਾ ਸਭ ਤੋਂ ਧਨਾੜ ਬਣਾ, ਇੱਕ ਗੱਲ ਚੇਤੇ ਰੱਖਿਓ, ਜਿਵੇਂ ਜਿਵੇਂ ਮਨੁੱਖ ਲਾਲਚੀ ਹੁੰਦਾ ਜਾਂਦਾ ਹੈ ਨਾ, ਉਵੇਂ ਉਵੇਂ ਕਪਟੀ ਹੁੰਦਾ ਜਾਂਦਾ ਹੈ, ਤੇ ਜਿਵੇਂ ਜਿਵੇਂ ਕਪਟੀ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਅਤਿਆਚਾਰੀ ਹੁੰਦਾ ਜਾਂਦਾ ਹੈ, ਤੇ ਜਿਵੇਂ ਜਿਵੇਂ ਅਤਿਆਚਾਰੀ ਹੁੰਦਾ ਜਾਵੇਗਾ, ਕਾਮੀ ਹੁੰਦਾ ਜਾਵੇਗਾ, ਅਸੰਤੋਖੀ ਹੁੰਦਾ ਜਾਵੇਗਾ, ਜੀਵਨ ਦੇ ਵਿੱਚ ਅਵਗੁਣ ਆਉਂਦੇ ਜਾਣਗੇ ਤੇ ਗੁਣ ਨਿਕਲਦੇ ਜਾਣਗੇ। ਪਰ ਜਿਵੇਂ ਜਿਵੇਂ ਇਹ ਸੰਤੋਖੀ ਹੁੰਦਾ ਜਾਵੇਗਾ, ਅੰਦਰ ਪ੍ਰੇਮ ਪੈਦਾ ਹੁੰਦਾ ਜਾਵੇਗਾ, ਅੰਦਰ ਦਇਆ ਪੈਦਾ ਹੁੰਦੀ ਜਾਵੇਗੀ, ਅੰਦਰ ਇਮਾਨਦਾਰੀ ਪੈਦਾ ਹੁੰਦੀ ਜਾਵੇਗੀ, ਕਿਉਂਕਿ ਇਸ ਹਿਰਦੇ ਘਰ ਦੇ ਵਿੱਚ ਫਿਰ ਸੱਚ ਸਮਾਵੇਗਾ, ਫਿਰ ਇਸ ਹਿਰਦੇ ਘਰ ਦੇ ਵਿੱਚ ਸੱਚ ਦੀ ਪੂਰਤੀ ਹੋਵੇਗੀ। ਫਿਰ ਬਾਹਰ ਹਰਿਮੰਦਰ ਸਾਹਿਬ ਅਸੀਂ ਜਾਂਦੇ ਹਾਂ ਨਾ, ਹਰਿਮੰਦਰ ਸਾਹਿਬ ਦੀ ਸ਼ਾਂਤੀ ਕਿਉਂ ਹੈ? ਕਿਉਂਕਿ ਕੀਰਤਨ ਹੋ ਰਿਹਾ ਹੈ। ਫਿਰ ਸਤਿਗੁਰੂ ਕਹਿੰਦੇ ਸਰੀਰ ਹਰਿਮੰਦਰ ਬਣੇਗਾ, ਇਸ ਸਰੀਰ ਰੂਪੀ ਹਰਿਮੰਦਰ ਵਿੱਚ ਫਿਰ ਕੀਰਤਨ ਹੋਵੇਗਾ ਗੁਰੂ ਦਾ, ਕੀਰਤੀ ਹੋਵੇਗੀ ਗੁਰੂ ਦੀ, ਫਿਰ ਇਹ ਧਰਮਸ਼ਾਲਾ ਬਣ ਜਾਵੇਗੀ ਸੱਚ ਦੀ, ਫਿਰ ਇੱਥੇ ਝੂਠ ਨਹੀਂ ਹੋਵੇਗਾ। ਤੈਸੀ ਵਸਤ ਵੈਸਾਈ ਹੈ ਜੈਸੀ ਨਿਭੈ ਨਾਲ। ਉਹ ਸੌਦਾ ਆਪਣੇ ਅੰਦਰ ਖਰੀਦ ਕੇ ਇਕੱਠਾ ਕਰ, ਉਹ ਸੌਦਾ ਆਪਣੇ ਅੰਦਰ ਲੈ ਕੇ ਜਾ ਜਿਹੜਾ ਤੇਰੇ ਨਾਲ ਨਿਭੇ, ਤੇਰੇ ਸਰੀਰ ਦੇ ਨਾਲ ਨਿਭੇ। ਸਤਿਗੁਰੂ ਜੀ ਨੇ ਕਿਹਾ ਸੀ ਨਾ, ਪੰਡਤ ਜੀ ਕਹਿੰਦੇ ਗੁਰੂ ਨਾਨਕ ਜੀ ਮੈਂ ਤੁਹਾਨੂੰ ਜਨੇਊ ਪਾਉਣਾ ਹੈ। ਸਤਿਗੁਰੂ ਕਹਿੰਦੇ ਮੈਨੂੰ ਜਨੇਊ ਪਾਉਣ ਦੇ ਵਿੱਚ ਕੋਈ ਐਤਰਾਜ਼ ਨਹੀਂ, ਪਰ ਮੇਰੇ ਜਿਹੜਾ ਜਨੇਊ ਤੂੰ ਮੈਨੂੰ ਪਾਉਣਾ ਹੈ ਨਾ, ਬਸ ਉਹ ਮੇਰੇ ਤਰੀਕੇ ਦਾ ਹੋਵੇ। ਸਤਿਗੁਰੂ ਨੇ ਤਰੀਕਾ ਦੇਖੋ ਵਿਚਾਰ ਦਾ, ਸਤਿਗੁਰੂ ਜੀ ਨੇ ਕਿਸ ਤਰੀਕੇ ਦੀ, ਕਿਸ ਕਾਬਲੀਅਤ ਨਾਲ ਜਵਾਬ ਦਿੱਤਾ। ਕਹਿੰਦੇ ਵੀ ਗੱਲ ਇਹ ਹੈ, ਮੈਂ ਤੇਰੇ ਜਨੇਊ ਦੀ ਬਾਤ ਨਹੀਂ ਕਰ ਰਿਹਾ, ਤੂੰ ਮੇਰੇ ਤਰੀਕੇ ਦਾ ਜਨੇਊ ਪਾ ਦੇ, ਮੈਂ ਪਾ ਲੈਣਾ। ਕਿਹੜਾ ਜੀ?
सतगुरु कहते दया कपा संतोख सूत जत गंडी सत वट ਇਹ ਜਨੇਊ ਜੀਏ ਕਾ ਹੈ ਤਾਂ ਪਾਂਡੇ ਘੱਟ। ਜੇ ਆ ਜਨੇਊ ਤੇਰੇ ਕੋਲ ਹੈ ਜਿਹਦੇ ਵਿੱਚ ਦਇਆ ਦੀ ਕਪਾਹ ਲੱਗੀ ਹੈ, ਸੰਤੋਖ ਦਾ ਸੂਤ ਲੱਗਾ ਹੈ, ਜੇ ਹੈ ਤੇ ਮੇਰੇ ਨਾਲ ਪਾ ਦੇ। ਤੇ ਐਸਾ ਨਾਲ ਹੋਵੇ ਨਾਲ ਜਾਵੇ ਮੇਰੇ, ਇੱਥੇ ਨਾ ਸੜ ਕੇ ਸੁਭਾਅ ਹੋ ਜਾਵੇ। ਹੁਣ ਐਸਾ ਤੇ ਦੁਨੀਆ ਦਾ ਕੋਈ ਧਾਗਾ ਜਾਂ ਕੋਈ ਇਹੋ ਜਿਹਾ ਕੋਈ ਨਿੱਕੇ ਤੋਂ ਨਿੱਕਾ ਕੱਖ ਵੀ ਨਹੀਂ ਜਿਹੜਾ ਨਾਲ ਜਾਊਗਾ, ਕੁਛ ਵੀ ਨਾਲ ਨਹੀਂ ਜਾਣਾ। ਹੁਣ ਪੰਡਤ ਜੀ ਚੁੱਪ ਨੇ, ਪੰਡਤ ਹਰਦਿਆਲ ਜੀ ਨੂੰ ਕੋਈ ਜਵਾਬ ਨਹੀਂ, क्योंकि सतगुर की विचार ते दलील के सामने कोई इतनी वड्डी दलील रखूगा तो ही जवाब दूगा ना। सतगुर के कोल सच की दलील है तो सच की कसवट्टी उत्ते झूठ नहीं टिकता। तो जिदण ये सौदा साडे हिरदे घर विच सानू इकट्ठा करना आ गया ना वीर मेरेओ, उदण आ जिहड़े अज असीं दीवारां निक्कियां निक्कियां खड़ियां करके आपो अपणियां वड्डियां पा के बैठे आ ना, ये वड्डियां खत्म हो जाणगियां, ये दीवारां टुट जाणगियां। क्योंकि उदण इक्को एक गल रवेगी, इक्का बाणी एक गुरु इक्को शब्द विचार। फिर हरमनप्रीत सिंह जिथे बह के कथा करूगा ना, फिर दूसरा भी गुरु का सिख उत्थे बह के उही गल गुरु की कहूगा। क्योंकि जिदण गुरु की गल समझ आउण लग पई, अपनी हौमे छड्डनी पऊगी, हंकार छड्डना पऊगा। ऐसा सौदा हिरदे च लैके जाना पऊगा जैसी निभै नाल, जिहड़ी सदा नाल निभे आगे शाह सुजान है। सतगुर कहते चेता रखी, जिहड़ा तेरे हिरदे घर विच बैठा परमात्मा रूपी शाह है ना, वो बड़ा सियाणा ते बड़ा समझदार है। ऐसा समझदार है, उन्होंने कुछ दसन जां कुछ समझाउण दी लोड़ नहीं। लैसी वस्त संभाल, उन्होंने परख करनी आउंदी है। तू कोशिश कर सच नूं इकट्ठा करन दी, वो अपने आप परख कर करके सच तेरे हिरदे विच प्रवेश कर देवेगा। तू जतन ते कर, तू तुरन दा जतन ते कर, सच बोलण दा जतन ते कर, सच इकट्ठा करन दा ते जतन कर, सच वेखण दा ते जतन कर, सच बोलण दा ते जतन कर, सच सुणन दा जतन कर। जिहड़ा तेरे अंदर बैठा शाह है ना, वो बड़ा सियाणा है, सुजान है, सियाणा है, वो आपे ही सारी वस्त तेरी संभाल लवेगा। एक बारी उहदे उपर भरोसा करके वेख, विश्वास करके वेख, भाई रे राम कहो चित लाए। फिर हे मेरे भाई, हे मेरे वीर, ऐसे सोहणे रब दा नाम सदीवी अपनी सुरत विच टिका के रख, क्योंकि तू खसम वाला है, तू नखसमा नहीं है। नाम किहदा लिया जाता है? जो मालक होवे। आपां कहने आ जा तू फलाने नूं जाके कह दी तू फलाने दा बंदा है, तेरा सारे कारज हो जाणगे। इवें सतगुरु कहंदे जहनूं मर्जी जाके कह दी भी तू रब दा बंदा है, तो जदों रब दा बंदा कहेगा ना, तेरे काम नहीं कदी रुकणगे। पर जब तक तू ये कहेगा ना कि मेरा फलाना नाम है जी, मेरी फलानी जात आ, मेरा फलाना धर्म आ, चेते रखी तू वंडी पा देवेगा। जाके जिन्नू भी कहेगा ना मैं रब दा बंदा है, मैं अकाल पुरख दा बंदा है, मैं वाहिगुरू दा बंदा है, चेता रखी परमात्मा तेरे नाल आप आके खड़ जाएगा। हर जस वखर लै चलो शौ देखे पति आए। अपने हिरदे अंदर परमात्मा की सिफ सलाह का सौदा लैके जा, क्योंकि वो ऐसा करन दे विच सदा वो निरंकार खुश रहिंदा है, सदा मुस्कुराउंदा है। हर जस वखर लै चलो शौ देखे पति आए। अपने हिरदे अंदर परमात्मा की सिफ सलाह का सौदा लैके जा, क्योंकि वो ऐसा करन दे विच सदा वो निरंकार खुश रहिंदा है, सदा मुस्कुराउंदा है। वो सदा ही तेरे अंदर भी उही खुशी फिर पैदा कर देवेगा। अगली गल साहब कहंदे जिन्ना रास ना सच है क्यों तिना सुख होए। हुण ये गल समझण दी है। कहंदे सतगुरु कहंदे दरअसल गल पता की है, जिन्हां नूं सच रास ही नहीं आउंदा, जिन्हां नूं सच रास ही नहीं आउंदा, उन्हां नूं सच चंगा नहीं लगदा, ना उन्हां नूं सच नाल कोई सांझ पाउण नूं जी करदा है। जिन्ना रास ना सच है, जिन्हां नूं सच दी रास नहीं आउंदी, ਜਿਹੜੇ सच ਨੂੰ ਆਪਣੇ ਵਿੱਚ ਨਹੀਂ ਸਮਾਉਂਦੇ, ਕਿਉਂ ਤੇ ਨਾ ਸੁੱਖ। ਉਹਨਾਂ ਨੂੰ ਸੁੱਖ ਕਿਵੇਂ ਮਿਲ ਸਕਦਾ ਹੈ? ਉਹ ਕਿਵੇਂ ਆਤਮਿਕ ਆਨੰਦ ਨਾਲ ਭਰਪੂਰ ਹੋਣਗੇ? ਉਹ ਤੇ ਜਿਸ ਘਰ ਵਿੱਚ ਰਹਿਣਗੇ ਨਾ, ਉਹ ਘਰ ਵੀ ਬੇੜਾ ਗਰਕ ਉਸ ਘਰ ਦਾ ਕਰ ਦੇਣਗੇ। ਉਹ ਜਿੱਥੇ ਵੀ ਬਹਿਣਗੇ, ਜਿਸ ਨਗਰ 'ਚ ਬਹਿਣਗੇ, ਜਿਸ ਸੰਸਾਰ 'ਚ ਬਹਿਣਗੇ, ਉੱਥੇ ਬੇਕਦਰੀ ਪੈਦਾ ਕਰ ਦੇਣਗੇ, ਲੜਾਈ ਪੈਦਾ ਕਰ ਦੇਣਗੇ, ਝਗੜੇ ਪੈਦਾ ਕਰ ਦੇਣਗੇ, ਕਿਉਂਕਿ ਉਹਨਾਂ ਦੇ ਅੰਦਰ ਸੱਚ ਦਾ ਰਾਸ ਨਹੀਂ। ਉਹਨੂੰ ਰਾਸ ਹੀ ਨਹੀਂ ਆਉਂਦਾ ਸੱਚ। ਉਹਨਾਂ ਦੇ ਆਪਣੇ ਅੰਦਰ ਤੜਫ ਲੱਗੀ ਹੈ ਝੂਠ ਦੀ। ਜਦੋਂ ਸੱਚ ਜਾ ਕੇ ਉੱਥੇ ਝੂਠ ਇੱਕ ਹੀ ਹੈ, ਸ਼ੀਸ਼ਾ ਹੈ, ਤੇ ਸੱਚ ਕੀ ਹੈ?
ਇੱਕ ਐਸਾ ਕੰਕਰ ਹੈ, ਜਦੋਂ ਝੂਠ ਰੂਪੀ ਸ਼ੀਸ਼ੇ ਤੇ ਜਾ ਕੇ ਸੱਚ ਦਾ ਕੰਕਰ ਵੱਜਦਾ ਹੈ ਨਾ, ਝੂਠ ਤਿੜਕ ਜਾਂਦਾ ਹੈ। ਝੂਠ ਦੀ ਉਮਰ ਨਹੀਂ ਹੁੰਦੀ। ਝੂਠ ਜਿਹੜੇ ਅੱਜ ਤੱਕ ਝੂਠੀਆਂ ਸਾਖੀਆਂ ਸੁਣਾਈਆਂ, ਜਿਹੜੇ ਅੱਜ ਤੱਕ ਝੂਠੇ ਕਥਾ, ਝੂਠੀਆਂ ਗੱਲਾਂ ਕਹਿ ਕੇ ਸਿੱਖੀ ਦੇ ਨਾਂ ਦੇ ਉੱਤੇ ਪ੍ਰਚਾਰ ਕੀਤਾ ਗਿਆ, ਹੁਣ ਜਦੋਂ ਸੱਚ ਦਾ ਚਾਨਣ ਨਿਕਲ ਕੇ, ਜੇ 100 ਚੰਦਾ ਉਗਵੇਂ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਹੁਣ ਜਦੋਂ ਸਤਿਗੁਰੂ ਕਾ ਸੱਚ ਦਾ ਚਾਨਣ, ਜਦੋਂ ਸੱਚ ਦਾ ਪ੍ਰਕਾਸ਼ ਨਿਕਲਿਆ, ਹੁਣ ਉਹ ਝੂਠ ਜਦੋਂ ਤਿੜਕਦਾ ਨਜ਼ਰ ਆਇਆ ਤੇ ਉਹ ਲੋਕੀ ਕਿਵੇਂ ਬਰਦਾਸ਼ਤ ਕਰਨਗੇ ਕਿ ਸਾਡਾ ਝੂਠ ਨਾ ਬਾਹਰ ਆਵੇ। ਇਸੇ ਕਰਕੇ ਲੜਾਈਆਂ ਨੇ, ਝਗੜੇ ਨੇ। ਸਤਿਗੁਰੂ ਨੂੰ ਉੱਪਰ ਕੰਧ ਸੁੱਟਣ ਵਾਲੇ ਕੌਣ ਸਨ? ਧੰਨ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਉਣ ਵਾਲੇ ਕੌਣ ਸਨ? ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਦਾ ਸੀਸ ਲਾਉਣ ਵਾਲੇ ਕੌਣ ਸਨ? ਭਾਈ ਮਨੀ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ, ਇਹਨਾਂ ਨੂੰ ਸ਼ਹੀਦ ਕਰਨ ਵਾਲੇ ਕੌਣ ਸਨ? ਝੂਠ ਦੇ ਵਣਜ਼ਾਰੇ। ਕਿਉਂਕਿ ਸੱਚ ਦੇ ਵਣਜ਼ਾਰੇ ਨੇ ਕੁਰਬਾਨੀ ਦਿੱਤੀ, ਸ਼ਹਾਦਤ ਦਿੱਤੀ, ਕਿਉਂਕਿ ਉਹ ਸੱਚ ਤੇ ਖਲੋਤਾ ਹੈ। ਝੂਠ ਤਿੜਕਦਾ ਹੈ, ਜਦੋਂ ਝੂਠ ਤਿੜਕਦਾ ਹੈ ਨਾ, ਝੂਠ ਪਰੇਸ਼ਾਨ ਹੁੰਦਾ ਹੈ, ਝੂਠ ਲੱਭਦਾ ਹੈ ਕਿ ਮੈਂ ਕਿਵੇਂ ਇਹਨਾਂ ਦਾ ਸੱਚ ਦਾ ਮੂੰਹ ਬੰਦ ਕਰਾਂ। ਪਰ ਚੇਤਾ ਰੱਖਿਓ, ਤੇ ਜਿਹੜੇ ਝੂਠ ਤੇ ਖਲੋਤੇ, ਔਰੰਗਜ਼ੇਬ ਆਖਰੀ ਦਮ ਤੱਕ ਆਤਮਿਕ ਸੁੱਖ ਨਹੀਂ ਲੈ ਸਕਿਆ। ਉਹਦੇ ਅੰਦਰ ਆਤਮਿਕ ਖੇੜਾ ਨਹੀਂ ਰਿਹਾ। ਫਰਕਸ਼ੀਅਰ ਵਰਗੇ ਆਤਮਿਕ ਆਨੰਦ ਤੇ ਖੇੜੇ ਤੋਂ ਪਰੇ ਰਹੇ। ਬੇਸ਼ੱਕ ਫਰਕਸ਼ੀਅਰ ਵੇਖ ਰਿਹਾ ਕਿ ਬੰਦਾ ਸਿੰਘ ਬਹਾਦਰ ਨੂੰ ਮੈਂ ਸ਼ਹੀਦ ਕਰ ਰਿਹਾ, ਉਹਦਾ ਇੱਕ ਇੱਕ ਅੰਗ ਮੈਂ ਉਹਦਾ ਕੱਟ ਰਿਹਾ, ਪਰ ਬਾਬਾ ਬੰਦਾ ਸਿੰਘ ਬਹਾਦਰ ਆਖਰੀ ਪੜਾਵ ਤੱਕ ਆਤਮਿਕ ਆਨੰਦ ਤੇ ਆਤਮਿਕ ਸੱਚਾਈ ਤੇ ਆਤਮਿਕ ਸੁੱਖ ਨਾਲ ਭਰਿਆ ਸੀ, ਤੇ ਫਰਕਸ਼ੀਅਰ ਆਖਰੀ ਪੜਾਵਾਂ ਤੱਕ ਵੀ ਆਤਮਿਕ ਆਨੰਦ ਤੋਂ ਪਰੇ ਇੱਕ ਅੰਦਰ ਇੱਕ ਐਸੇ ਦੁੱਖ ਨਾਲ ਭਰਿਆ ਪਿਆ ਸੀ ਕਿ ਮੈਂ ਜਿੱਤ ਕੇ ਵੀ ਹਾਰ ਰਿਹਾ ਵਾਂ, ਕਿਉਂਕਿ ਅੰਦਰ ਸੱਚ ਦੀ ਰਾਸ ਨਹੀਂ ਸੀ। ਜਿੰਨਾ ਰਾਸ ਨਾ ਸੱਚ ਹੈ, ਕਿਉਂ ਤੇ ਨਾ ਸੁਖ ਹੋਏ। ਉਹਨਾਂ ਨੂੰ ਕਿਵੇਂ ਸੁੱਖ ਮਿਲ ਸਕਦਾ ਹੈ? ਕਿਵੇਂ? ਕਿਉਂਕਿ ਖੋਟਾ ਵਣਜ ਵਣਜੀਐ, ਮਨ ਤਨ ਖੋਟਾ ਹੋਏ। ਕਿਉਂਕਿ ਉਹਨਾਂ ਨੇ ਆਪਣੇ ਹਿਰਦੇ ਘਰ ਦੇ ਵਿੱਚ ਜੋ ਅੱਜ ਤੱਕ ਇਕੱਠਾ ਕੀਤਾ ਹੈ, ਝੂਠ ਕੀਤਾ ਹੈ, ਖੋਟਾ ਇਕੱਠਾ ਕੀਤਾ ਹੈ, ਤੇ ਜਿੰਨੇ ਖੋਟ ਹੀ ਇਕੱਠਾ ਕੀਤਾ ਹੋਵੇ ਤੇ ਉਸ ਘਰ ਦੇ ਵਿੱਚ ਕੀ ਹੋਵੇਗਾ? ਉਹਦਾ ਮਨ ਤੇ ਤਨ ਦੋਵੇਂ ਖੋਟੇ ਨੇ, ਤੇ ਜਿੱਥੇ ਮਨ ਤੇ ਤਨ ਖੋਟੇ ਹੋਣਗੇ ਉੱਥੇ ਸੱਚ ਨਹੀਂ ਸਮਾ ਸਕਦਾ। ਸਤਿਗੁਰੂ ਕਹਿੰਦੇ ਖੋਟਾ ਵਣਜ ਵਣਜੀਐ। ਜਿਹੜੇ ਨਿਤ ਖੋਟ ਦਾ ਵਪਾਰ ਕਰਦੇ ਨੇ, ਨਿਤ ਬੇਈਮਾਨੀ ਕਰਦੇ ਨੇ। ਜਦੋਂ ਮਨੁੱਖ ਖੋਟਾ ਵੇਚਦਾ ਵਾ ਨਾ, ਬੜਾ ਖੁਸ਼ ਹੁੰਦਾ ਕਿ ਅੱਜ ਮੈਂ ਖੋਟ ਵੇਚ ਦਿੱਤਾ, ਪਰ ਪਲਟ ਕੇ ਵਾਪਸ ਘਰੇ ਆਉਂਦਾ ਹੈ। ਜਿਹੜੇ ਲੋਕ 2 ਨੰਬਰ ਦੀਆਂ ਕਮਾਈਆਂ ਕਰਦੇ ਨੇ, ਨਸ਼ਾ ਵੇਚਦੇ ਨੇ, ਧੋਖਾ ਵੇਚਦੇ ਨੇ, ਦੇਸੀ ਘਿਓ ਵਿੱਚ ਮਿਲਾਵਟ ਕਰ ਕਰਕੇ ਵੇਚ ਰਹੇ ਨੇ, ਅਨਾਜ ਵਿੱਚ ਮਿਲਾਵਟ ਕਰ ਕਰਕੇ ਵੇਚ ਰਹੇ ਨੇ, ਫਰੂਟ ਸਬਜ਼ੀਆਂ ਦੇ ਵਿੱਚ ਮਿਲਾਵਟ ਕਰ ਕਰਕੇ ਵੇਚ ਰਹੇ ਨੇ, ਤੇ ਕੀ ਸੋਚਦੇ ਨੇ ਕਿ ਅਸੀਂ ਪੈਸਾ ਕਮਾ ਲਿਆ। ਪਰ ਚੇਤਾ ਰੱਖਿਓ, ਉਹੀ ਫਰੂਟ ਉਹਨਾਂ ਦੇ ਬੱਚਿਆਂ ਨੇ ਵੀ ਉੱਥੋਂ ਹੀ ਲੈ ਕੇ ਖਾਣਾ ਹੈ, ਉਹਨਾਂ ਦੇ ਬੱਚਿਆਂ ਨੇ ਵੀ ਉਹੀ ਦੁੱਧ ਪੀਣਾ ਹੈ। ਇੱਕ ਦਿਨ ਨਸ਼ਾ ਵੇਚਣ ਵਾਲੇ ਦਾ ਵਪਾਰੀ ਵੀ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਨਸ਼ਾ ਖਵਾ ਰਿਹਾ ਹੈ। ਕਿਵੇਂ? ਕਿਉਂਕਿ ਇਹ ਖੋਟ ਤੇ ਘਰ 'ਚ ਹੀ ਰਹਿਣਾ ਹੈ ਨਾ, ਤੇ ਉਹੀ ਨਸ਼ਾ ਸਭ ਕੁਝ ਬਰਬਾਦ ਕਰਕੇ ਰੱਖ ਦਿੰਦਾ ਹੈ, ਸਭ ਕੁਝ ਤਬਾਹ ਕਰ ਦਿੰਦਾ ਹੈ, ਸਭ ਕੁਝ ਮਿਟਾ ਕੇ ਰੱਖ ਦਿੰਦਾ ਹੈ। ਕਿਉਂਕਿ ਜਿੱਥੇ ਖੋਟ ਹੋਵੇਗਾ ਨਾ, ਉੱਥੇ ਸਭ ਕੁਝ ਖੋਟਾ ਹੋ ਜਾਵੇਗਾ। ਫਾਹੀ ਫਾਥੇ ਮਿਰਗ ਜਿਉ, ਦੁੱਖ ਘਣੋ ਨਿਤ ਰੋਏ। ਕਹਿੰਦੇ ਐਸੇ ਮਨੁੱਖਾਂ ਦੀ ਹਾਲ ਕੀ ਹੁੰਦੇ ਨੇ? ਜਿਵੇਂ ਫਾਹੀ ਦੇ ਵਿੱਚ ਫਸਿਆ ਹੋਇਆ ਹਰਨ ਹੋਵੇ। ਹਿਰਨ ਜਿਹੜਾ ਹੈ ਉਹ ਜਾਲ ਵਿੱਚ ਫਸਿਆ ਹੋਵੇ, ਫਾਹੀ ਵਿੱਚ ਫਸਿਆ ਹੋਵੇ, ਤੇ ਜਿਵੇਂ ਜਿਵੇਂ ਉਹ ਰੱਸੀ ਖਿੱਚਦੀ ਹੈ ਤੇ ਉਹਦਾ ਗਲਾ ਘੁੱਟਦਾ ਤੇ ਉਹਨੂੰ ਦੁੱਖ ਮਹਿਸੂਸ ਹੁੰਦਾ ਹੈ। ਕਹਿੰਦੇ ਤਵੇਹਾ ਹਾਲ ਉਸ ਖੋਟੇ ਮਨੁੱਖ ਦਾ ਹੈ ਜੋ ਖੋਟ ਦੀ ਫਾਹੀ ਵਿੱਚ ਫਸਿਆ ਪਿਆ ਹੈ, ਤੇ ਜਿਵੇਂ ਜਿਵੇਂ ਉਹ ਖੋਟ ਉਹਦਾ ਉਜਾਗਰ ਹੁੰਦਾ ਨਾ, ਜਿਵੇਂ ਜਿਵੇਂ ਉਹਦਾ ਖੋਟ ਦਾ ਪਾਜ ਉਗੜਦਾ ਹੈ, ਉਹਨੂੰ ਪਤਾ ਲੱਗਦਾ ਕਿ ਹੁਣ ਮੈਂ ਫੜੇ ਜਾਣਾ ਹੈ, ਤਿਵੇਂ ਤਿਵੇਂ ਉਹਦੀ ਜਦੋਂ ਫਾਹੀ ਘੁੱਟੀ ਜਾਂਦੀ ਹੈ, ਉਹ ਨਿਤ ਦੁਖੀ ਹੁੰਦਾ ਹੈ। ਉਹਦਾ ਰਾਤ ਨੂੰ ਸੌਣਾ ਹਰਾਮ ਹੋ ਜਾਂਦਾ ਹੈ, ਨਿਤ ਪਰੇਸ਼ਾਨ ਰਹਿੰਦਾ ਹੈ, ਕਿਉਂਕਿ ਉਹਨੂੰ ਪਤਾ ਹੈ ਹੁਣ ਜੋ ਕੁਝ ਅੱਜ ਹੋ ਰਿਹਾ। ਤੁਸੀਂ ਦੇਖੋ, ਮਨੁੱਖ ਇਤਨਾ ਇਕੱਠਾ ਕਰ ਕੇ ਬੈਠਾ ਹੈ, ਤਾਂ ਇਤਨਾ ਕੁਝ ਇਕੱਠਾ ਕਰਕੇ ਬੈਠਾ ਹੈ, ਬੇਈਮਾਨ ਹੋ ਕੇ ਬੈਠਾ ਹੈ। ਡਾਕਟਰ ਅੱਜ ਆਪਣੀ ਇਮਾਨਦਾਰੀ ਛੱਡ ਕੇ, ਆਪਣਾ ਧਰਮ ਪੇਸ਼ਾ ਛੱਡ ਕੇ ਕਿਡਨੀਆਂ ਵੇਚੀ ਜਾ ਰਹੇ ਨੇ, ਤੇ ਕੀ ਆਪਾਂ ਸੋਚਦੇ ਹਾਂ ਕਿ ਉਹਨਾਂ ਦੇ ਘਰ 'ਚ ਸੁੱਖ ਹੋਏਗਾ? ਉਹ ਵੀ ਰਾਤ ਨੂੰ ਸੌਂਦੇ ਨਹੀਂਗੇ,
ਖੋਟੈ ਪੋਤੈ ਨਾ ਪਵੈ, ਤਿਨ ਹਰ ਗੁਰ ਦਰਸ਼ਨ ਨਾ ਹੋਏ। ਪੋਤੇ ਦਾ ਅਰਥ ਹੈ ਖਜ਼ਾਨੇ। ਪੋਤਾ ਸ਼ਬਦ ਪੜਪੋਤੇ ਦੀ ਬਾਤ ਨਹੀਂ ਚੱਲ ਰਹੀ, ਜਾਂ ਪੁੱਤਰ ਦੇ ਪੁੱਤਰ ਦੀ ਬਾਤ ਨਹੀਂ ਚੱਲ ਰਹੀ। ਪੋਤੇ ਦਾ ਅਰਥ ਹੈ ਖਜ਼ਾਨਾ, ਟ੍ਰੇਜ਼ਰ। ਖੋਟੈ ਪੋਤੈ ਨਾ ਪਵੈ, ਤਿਨਾ ਹਰ ਗੁਰ ਦਰਸ਼ਨ ਨਾ ਹੋਏ। ਖੋਟੇ ਸਿੱਕੇ ਕਦੀ ਸਰਕਾਰੀ ਖਜ਼ਾਨੇ ਦੇ ਵਿੱਚ ਪ੍ਰਵਾਨ ਨਹੀਂ ਹੁੰਦੇ। ਖੋਟੇ ਸਿੱਕੇ ਕਦੀ ਸਰਕਾਰ ਦੇ ਖਜ਼ਾਨੇ ਵਿੱਚ ਨਹੀਂ ਲੈ ਜਾਂਦੇ। ਤਿਵੇਂ ਹੀ ਖੋਟੇ ਬੰਦੇ ਪਰਮਾਤਮਾ ਦੇ ਘਰ ਦੇ ਵਿੱਚ ਨਹੀਂ ਪ੍ਰਵਾਨ ਹੁੰਦੇ। ਉਹਨਾਂ ਨੂੰ ਹਰੀ ਦੇ ਗੁਰੂ ਦਾ ਦੀਦਾਰ ਕਦੀ ਵੀ ਪ੍ਰਾਪਤ ਨਹੀਂ ਹੁੰਦਾ। ਉਹ ਗੁਰੂ ਦੇ ਨੇੜੇ ਰਹਿ ਕੇ ਵੀ ਗੁਰੂ ਤੋਂ ਦੂਰ ਹੀ ਰਹਿੰਦੇ ਹਨ। ਖੋਟੈ ਜਾਤ ਨਾ ਪਤ ਹੈ, ਖੋਟ ਨਾ ਸੀਜਸ ਕੋਏ। ਸਤਿਗੁਰੂ ਕਹਿੰਦੇ ਦੂਜਿਆਂ ਨੂੰ ਕਹਿਣਾ ਨਾ ਤੂੰ ਕਿਹੜੀ ਜਾਤ ਦਾ ਹੈ, ਕਿਹੜੀ ਪਤ ਹੈ। ਮੈਂ ਤੈਨੂੰ ਦੱਸਦਾ, ਖੋਟੇ ਮਨੁੱਖ ਦੀ ਬਹੁਤ ਹੀ ਮਾੜੀ ਜਾਤ ਹੈ। ਜਿਹੜਾ ਖੋਟਾ ਮਨੁੱਖ ਹੈ ਨਾ, ਸਭ ਤੋਂ ਨੀਵੀਂ ਜਾਤ ਦਾ ਹੈ। ਨਾ ਉਹਦੀ ਕੋਈ ਪਤ ਹੈ, ਨਾ ਹੀ ਕੋਈ ਉਸ ਮਨੁੱਖ ਦੇ ਨੇੜੇ ਲੱਗਦਾ ਹੈ। ਖੋਟੇ ਜਾਤ ਨਾ ਪਤ ਹੈ, ਖੋਟ ਨਾ ਸੀਜਸ ਖੋਏ। ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ। ਖੋਟੇ ਨੂੰ ਇੱਜ਼ਤ ਵੀ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ ਆਤਮਿਕ ਜੀਵਨ ਦੇ ਵਿੱਚ ਕਾਮਯਾਬ ਵੀ ਨਹੀਂ ਹੋ ਸਕਦਾ। ਖੋਟੇ ਖੋਟ ਕਮਾਵਣਾ, ਆਏ ਗਿਆ ਪਤ ਖੋਏ। ਜਿਹੜੇ ਖੋਟੇ ਮਨੁੱਖ ਨੇ ਨਾ, ਉਹ ਸਦਾ ਹੀ ਖੋਟ ਕਮਾਉਂਦੇ ਹਨ, ਸਦਾ ਹੀ ਬੇਈਮਾਨੀ ਦੀ ਕਮਾਈ ਕਰਦੇ ਹਨ। ਤੇ ਐਸੇ ਜਿਹਨੂੰ ਖੋਟ ਕਮਾਉਣ ਦੀ ਆਦਤ ਪੈ ਗਈ ਹੈ ਨਾ, ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ ਤੇ ਨਿਤ ਆਪਣੇ ਹੀ ਬਣਾਏ ਹੋਏ ਜਾਲ ਦੇ ਵਿੱਚ ਜੰਮਦਾ ਹੈ ਤੇ ਮਰਦਾ ਹੈ। ਨਿਤ ਆਪ ਹੀ ਆਪਣੇ ਬਣਾਏ ਹੋਏ ਜਾਲ ਦੇ ਵਿੱਚ ਫਸ ਜਾਂਦਾ ਹੈ ਤੇ ਆਤਮਿਕ ਮੌਤ ਮਰ ਜਾਂਦਾ ਹੈ। ਤੇ ਸਾਹਿਬ ਜੀ ਆਖਰੀਆਂ ਪੰਕਤੀਆਂ 'ਚ ਕਿਰਪਾ ਕਰ ਰਹੇ ਨੇ, ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ। ਹੈ ਨਾਨਕ, ਪਰਮਾਤਮਾ ਦੀ ਸਿਫਤ ਸਲਾਹ ਕਰਨ ਵੱਲ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਮਨ ਨੂੰ ਸਮਝਾ। ਕਿਉਂ ਬਾਰ-ਬਾਰ ਕਹਿੰਦੇ ਆਪਾਂ ਨਿਤਨੇਮ ਕਰੋ, ਬਾਣੀ ਪੜ੍ਹੋ, ਆਪ ਪੜ੍ਹੋ, ਵਿਚਾਰ ਕੇ ਪੜ੍ਹੋ। ਅੱਜ ਮੈਂ ਇੱਕ ਜਗ੍ਹਾ ਵੇਖ ਰਿਹਾ ਸੀ, ਇੱਕ ਪਿੰਡ ਵਿੱਚ 26 ਅਖੰਡ ਪਾਠ ਰੱਖੇ ਗਏ। ਕਮਾਲ ਦੀ ਗੱਲ ਹੈ, 26 ਅਖੰਡ ਪਾਠ ਤੇ ਗੱਲ ਤੇ ਗੁਰੂ ਦੀ ਇੱਕ ਵੀ ਨਹੀਂ ਪੱਲੇ ਪੈਣੀ, ਕਿਉਂਕਿ ਅਸੀਂ 26 ਗੁਰੂ ਪ੍ਰਕਾਸ਼ ਕੀਤੇ ਨੇ। ਗੁਰੂ ਤੇ ਸਾਡਾ ਇੱਕ ਗੁਰਬਾਣੀ ਹੈ, ਇੱਕ ਸ਼ਬਦ ਹੈ। ਸ਼ਬਦ ਨੂੰ ਜੀਵਨ 'ਚ ਵਸਾਇਆ ਨਹੀਂ। ਤੇ ਸਤਿਗੁਰੂ ਕਹਿੰਦੇ ਨੇ, ਹੇ ਭਾਈ, ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਸਮਝਾਇਆ ਕਰ। ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ। ਰਾਮ ਨਾਮ ਰੰਗ ਰਤਿਆਂ, ਭਾਰ ਨਾ ਭਰਮ ਤਿਨਾ। ਜਿਹੜੇ ਬੰਦੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ, ਪ੍ਰਮਾਤਮਾ ਦੇ ਪਿਆਰ ਦੇ ਵਿੱਚ ਫਿਰ ਰੰਗੇ ਜਾਂਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ। ਭਾਵ ਉਹ ਖੋਟੇ ਕੰਮ ਨਹੀਂ ਕਰਦੇ, ਬੇਈਮਾਨੀ ਨਹੀਂ ਕਰਦੇ। ਉਹਨਾਂ ਦਾ ਮਨ ਸਦਾ ਹੀ ਖੋਟੇ ਕੰਮਾਂ ਵੱਲੋਂ ਦੌੜਦਾ ਹੈ। ਉਹ ਭੁੱਲ ਕੇ ਵੀ ਕਦੀ ਕਿਸੇ ਦਾ ਨੁਕਸਾਨ ਨਹੀਂ ਕਰਦੇ। ਭੁੱਲ ਕੇ ਵੀ ਉਹ ਕਦੀ ਕਿਸੇ ਦੇ ਨਾਲ ਮਾੜੇ ਬਚਨ ਨਹੀਂ ਬੋਲਦੇ। ਭੁੱਲ ਕੇ ਵੀ ਉਹ ਕਿਸੇ ਦੇ ਨਾਲ ਮਾੜਾ ਕਰਮ ਵਿਵਹਾਰ ਨਹੀਂ ਕਰਦੇ। ਹਰ ਜਪ ਲਾਹਾ ਅਗਲਾ, ਨਿਰਭਉ ਹਰ ਮਨ ਮਾਹੇ। ਪਰਮਾਤਮਾ ਦੇ ਨਾਮ ਦੇ ਉੱਤੇ ਤੁਰਨ ਵਾਲੇ, ਪਰਮਾਤਮਾ ਨੂੰ ਜੀਵਨ ਵਿੱਚ ਵਸਾਉਣ ਵਾਲੇ ਸਦਾ ਹੀ ਆਤਮਿਕ ਲਾਹਾ ਆਪਣੀ ਆਤਮਾ ਦੇ ਰਾਹੀਂ ਖੱਟਦੇ ਹਨ, ਗੁਰੂ ਸ਼ਬਦ ਦੇ ਰਾਹੀਂ ਖੱਟਦੇ ਹਨ। ਅਤੇ ਉਹ ਪ੍ਰਭੂ ਜੋ ਇਸ ਡਰ ਦੇ ਅਧੀਨ ਨਹੀਂ, ਉਹ ਮਨ ਵਿੱਚ ਆ ਵਸਦਾ ਹੈ। ਨਿਰਭਉ ਪਰਮਾਤਮਾ ਐਸੇ ਮਨੁੱਖਾਂ ਦੇ ਨਾਲ ਰਹਿੰਦਾ ਹੈ। ਫਿਰ ਉਹਨਾਂ ਨੂੰ ਵੀ ਕੋਈ ਡਰ ਨਹੀਂ ਹੁੰਦਾ, ਕਿਉਂਕਿ ਡਰਦਾ ਉਹ ਹੈ ਜੋ ਪਾਪ ਕਮਾਉਂਦਾ ਹੈ। ਕਹਿੰਦੇ ਜਿਹੜਾ ਸੱਚ ਬੋਲਦਾ ਹੈ ਉਹਨੂੰ ਡਰਨ ਦੀ ਲੋੜ ਨਹੀਂ, ਕਿਉਂਕਿ ਨਿਰਭਉ ਪਰਮਾਤਮਾ ਜਿਨ੍ਹਾਂ ਦੇ ਨਾਲ ਵਸ ਜਾਂਦਾ ਹੈ, ਨਿਰਭਉ ਜਪੈ ਸਗਲ ਭਉ ਮਿਟੈ, ਉਹਦੇ ਸਾਰੇ ਡਰ ਦੂਰ ਹੋ ਜਾਂਦੇ ਹਨ। ਸੋ ਕੋਸ਼ਿਸ਼ ਕਰੀਏ ਗੁਰਬਾਣੀ ਨੂੰ ਸਮਝਣ ਦੀ, ਵਿਚਾਰਨ ਦੀ। ਯਤਨ ਹੈ ਰੋਜ਼ਾਨਾ ਇੱਕ ਸ਼ਬਦ ਦੀ ਵਿਚਾਰ ਆਪ ਜੀ ਕੇ ਸਨਮੁਖ ਰੱਖੀ ਜਾਂਦੀ ਹੈ। ਬੇਅੰਤ ਭੁੱਲਾਂ ਗਲਤੀਆਂ ਹੁੰਦੀਆਂ ਨੇ, ਆਪ ਗੁਰੂ ਪਿਆਰੀ ਸੰਗਤ ਬਖਸ਼ਣਯੋਗ ਹੋ। ਸੋ ਆਪਣੇ ਵੀਰ ਦੀ ਸੇਵਾ ਕਿਵੇਂ ਲੱਗੀ, ਜ਼ਰੂਰ ਵੱਧ ਤੋਂ ਵੱਧ ਆਪਣੇ ਮਿੱਤਰਾਂ, ਦੋਸਤਾਂ, ਭੈਣਾਂ ਭਰਾਵਾਂ ਵਿੱਚ ਸ਼ੇਅਰ ਕਰਨਾ, ਕਮੈਂਟ ਕਰਨਾ, ਕਿਉਂਕਿ ਜਿੰਨਾ ਆਪਾਂ ਸ਼ੇਅਰ ਕਰਾਂਗੇ ਇੱਕ ਦੂਜੇ ਦੇ ਨਾਲ, ਮੈਂ ਕਈ ਵਾਰੀ ਵੇਖਣਾ ਅਸੀਂ ਨਾ ਸੁਣਦੇ ਹਾਂ ਗੁਰਬਾਣੀ, ਨਾ ਅਸੀਂ ਸ਼ੇਅਰ ਕਰਦੇ ਹਾਂ। ਵੱਧ ਤੋਂ ਵੱਧ ਸ਼ੇਅਰ ਕਰੀਏ
ਤਾਂ ਕਿ ਅਸੀਂ ਵੱਧ ਤੋਂ ਵੱਧ ਇਸ ਗੁਰਬਾਣੀ ਐਪੀਸੋਡਾਂ ਦੇ ਨਾਲ ਆਪਣੇ ਪਰਿਵਾਰਾਂ ਨੂੰ, ਆਪਣੇ ਦੋਸਤਾਂ ਨੂੰ ਜੋੜ ਸਕੀਏ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਜੀ। ਕੱਲ੍ਹ ਨੂੰ ਫਿਰ ਇਸੇ ਸਮੇਂ ਉੱਪਰ ਗੁਰਬਾਣੀ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।